जो भाई बहिंगा सिंह उन्होंने 1 तरीक को जो शहादत जी हो गई सी कि शहादत तो बाद मिलिटरी ने या फौज ने पाबंदी नहीं लाई अंदर जाते। तुसीं कह रहे 3 तरीक को गए 4 तरीक को सवेरे लगभग 4 बजे ते एक बहुत जबरदस्त तरीके दे नाल वड्डी बहुत वड्डा धमाका जिहड़ा सीगा ना वो होया। उहदे बाद बंबां दी बंबारमेंट शुरू हो गई। असी फिर जी जिस दिन ये करफ्यू खुलता है तो असी उस करफ्यू के खुलण के उत्ते जिहड़ा है असी उत्थे पहुँचते हैं तो जा करके देखते हैं कि बई उत्थे बिल्कुल जिहड़ा है कि श्री अकाल तख्त साहिब उत्थों अजे भी थोड़ा थोड़ा उस वेले ना धुआं माड़ा मोटा आ रहा सीगा। उत्थे असीं सारिਆਂ ਨੂੰ रोंदे वेखिया, सारिਆਂ ਦੇ मन ਜਿਹੜੇ ਸੀ ਨਾ ਉਹ ਵਿਰਲਾਪ ਕਰ ਰਹੇ ਸੀ। ਜਿਹੜਾ ਹੈ ਨਾ ਜਿਹੜੇ ਇੰਟਰਨੈਸ਼ਨਲ ਆਰਮੀ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਨੇ ਜੋ ਕਿ ਇੰਟਰਨੈਸ਼ਨਲ ਵਾਰ ਦੇ ਵਿੱਚ ਵੀ ਲਾਗੂ ਹੁੰਦੇ ਨੇ ਉਹ ਭਾਰਤ ਸਰਕਾਰ ਨੇ ਸਾਡੇ ਤੇ ਵੀ ਲਾਗੂ ਕੀਤੇ। ਸਾਨੂੰ ਬਿਲਕੁਲ ਜਿਹੜਾ ਨਾ ਉਹਨਾਂ ਨੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਛਿੱਕੇ ਟੰਗ ਕੇ ਉੱਥੇ 6-6 ਮਹੀਨੇ ਦੇ ਬੱਚੇ ਜਿਹੜੇ ਸੀਗੇ ਔਰਤਾਂ ਬਜ਼ੁਰਗ ਸਾਰਿਆਂ ਨੂੰ ਉਹਨਾਂ ਨੇ ਮਾਰਿਆ, ਗੋਲੀਆਂ ਨਾਲ ਭੁੰਨਤਾ ਗਿਆ। ਸਾਨੂੰ ਆਜ਼ਾਦੀ ਚਾਹੀਦੀ ਹੈ। 1984 ਦਾ ਸਾਨੂੰ ਨਾ ਤਾਂ ਜੂਨ ਦਾ ਕੋਈ ਇਨਸਾਫ ਮਿਲਿਆ ਨਾ ਹੀ ਸਾਨੂੰ ਨਵੰਬਰ ਦਾ ਕੋਈ ਇਨਸਾਫ ਮਿਲਿਆ। ਸਾਡੇ ਤਖਤ ਢਾਹ ਦਿੱਤੇ ਗਏ, ਸਾਡੇ ਹਰਿਮੰਦਰ ਸਾਹਿਬ ਢਾਹ ਦਿੱਤਾ ਗਿਆ, ਸਾਡੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀਗੀ, ਸਾਡਾ ਜਿਹੜਾ ਅਮੀਰ ਵਿਰਸਾ ਸੀਗਾ ਉਹ ਸਾਰਾ ਕੁਝ ਲੁੱਟ ਕੇ ਲੈ ਗਏ। ਇੱਥੇ ਅਸੀਂ ਬਹਾਦਰ ਸੀਗੇ 47 ਤੋਂ ਪਹਿਲਾਂ 85% ਕੁਰਬਾਨੀਆਂ ਸਾਡੀਆਂ। ਅਸੀਂ ਸਾਰਾ ਕੁਝ ਕੁਰਬਾਨ ਕਰਕੇ ਜਿਹੜਾ ਸੀਗਾ ਦੇਸ਼ ਦੀ ਵੰਡ ਜਦ ਹੋਈ ਅਸੀਂ ਸਭ ਤੋਂ ਜ਼ਿਆਦਾ ਸਫਰ ਕੀਤਾ ਤੇ ਸਾਨੂੰ ਆ ਕਰਕੇ ਇੱਕ ਸਰਕੂਲਰ ਮਿਲ ਗਿਆ ਕਿ ਬਈ ਇਹ ਜਰਾਇਮ ਪੇਸ਼ਾ ਕੌਮ ਹੈ। ਸਿੱਖਾਂ ਦੇ ਨਿਆਰੇਪਨ ਨੂੰ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ, ਚਾਹੇ ਉਹ ਮੋਦੀ ਦੀ ਸਰਕਾਰ ਹੋਏ ਚਾਹੇ ਉਹ ਕਾਂਗਰਸੀ ਸਰਕਾਰ ਹੋਏ। ਸਿੱਖਾਂ ਦੇ ਵਾਸਤੇ ਇਹਨਾਂ ਦਾ ਜਿਹੜਾ ਐਟੀਟਿਊਡ ਹੈ, ਜਿਹੜੇ ਕਾਨੂੰਨ ਨੇ ਉਹ ਵੱਖਰੇ ਨੇ, ਬਹੁਗਿਣਤੀ ਵਾਸਤੇ ਵੱਖਰੇ ਨੇ। ਉਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀਗਾ ਜਿਹਦੇ ਨਾਲ ਕਿ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਸਕੇ, ਸਿੱਖਾਂ ਨੂੰ ਦੱਸਿਆ ਜਾ ਸਕੇ ਤੁਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹੋ। ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਗੁਰਪੁਰਬ ਨੂੰ ਮਨਾਉਣ ਲਈ ਵੱਧ ਤੋਂ ਵੱਧ ਸੰਗਤ ਹੋਏਗੀ ਅਤੇ ਇਹਦੇ ਨਾਲ ਆਰਮੀ ਨੂੰ ਵੱਧ ਤੋਂ ਵੱਧ ਬੰਦੇ ਜਿਹੜੇ ਸੀਗੇ ਸੰਗਤ ਜਿਹੜੀ ਹੈ ਸਿੱਖ ਮਾਰਨ ਦਾ ਪੂਰਾ ਮੌਕਾ ਮਿਲੇਗਾ। ਸੋ ਇਹ ਜਿਹੜਾ ਦਿਨ ਦੀ ਚੋਣ ਕੀਤੀ ਗਈ ਹੈ ਸਿੱਖਾਂ ਦਾ ਜੈਨੋਸਾਈਡ ਕਰਨ ਲਈ, ਸਿੱਖਾਂ ਨੂੰ ਦਾ ਕਤਲੇਆਮ ਕਰਨ ਵਾਸਤੇ ਇਹ ਦਿਨ ਚੁਣਿਆ ਗਿਆ ਸੀਗਾ। ਅਡਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਦੀ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਲਿਖੀ ਹੈ ਕਿ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਨ ਵਾਸਤੇ ਅਸੀਂ ਇੰਦਰਾ ਨੂੰ ਜ਼ੋਰ ਪਾਇਆ ਸੀਗਾ ਕਿ ਉੱਤੇ ਫੌਜੀ ਹਮਲਾ ਕੀਤਾ ਜਾਵੇ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਬਾਦਲ ਨੂੰ ਬਿਲਕੁਲ ਲਾਗੇ ਨਹੀਂ ਲੱਗਣ ਦਿੰਦੇ ਸੀਗੇ। ਬਾਦਲ ਇਹਨਾਂ ਦੇ ਪੈਰਾਂ 'ਤੇ ਆ ਕੇ ਬਹਿੰਦਾ ਸੀਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ। ਲੇਕਿਨ ਅੱਜ ਤੁਸੀਂ ਦੇਖ ਲਓ ਅੱਜ ਦਮਦਮੀ ਟਕਸਾਲ ਦਾ ਮੁਖੀ ਕੀ ਕਰ ਰਿਹਾ, ਅੱਜ ਉਹ ਬਾਦਲਾਂ ਦੇ ਪੈਰਾਂ 'ਤੇ ਟਿਕਿਆ ਹੋਇਆ। ਸਕਾਈ ਨਿਊਜ਼ ਪੰਜਾਬ ਤੁਸੀਂ ਦੇਖ ਰਹੇ ਹੋ, ਮੈਂ ਜਗਤਾਰ ਮਾਲਾ। ਜੂਨ 1984 ਨੂੰ ਭਾਰਤ ਸਰਕਾਰ ਨੇ ਗੁਰੂ ਨਗਰੀ ਗੁਰੂ ਰਾਮਦਾਸ ਦੇ ਘਰ ਦੇ ਉੱਤੇ ਹਮਲਾ ਕੀਤਾ ਸੀ ਤਾਂ ਕਾਫੀ ਸਿੱਖ ਸੰਗਤਾਂ ਦੇ ਮਨ ਨੂੰ ਠੇਸ ਪਹੁੰਚੀ ਸੀ। ਜਿਸ ਪੂਰੇ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਲਈ ਤਿਆਰ ਨੇ ਪ੍ਰੋਫੈਸਰ ਬਲਜਿੰਦਰ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਜੀ ਸਕਾਈ ਨਿਊਜ਼ ਪੰਜਾਬ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ ਜੇ ਗੱਲ ਕਰੀਏ ਕਾਫੀ ਸਿੱਖ ਗਤੀਵਿਧੀਆਂ ਨਾਲ ਤੁਸੀਂ ਲੰਮੇ ਸਮੇਂ ਤੋਂ ਜੁੜੇ ਆ ਰਹੇ ਹੋ। ਜਿਸ ਟਾਈਮ ਸ੍ਰੀ ਦਰਬਾਰ ਸਾਹਿਬ ਤੇ ਭਾਰਤ ਸਰਕਾਰ ਨੇ ਹਮਲਾ ਕੀਤਾ ਸੀਗਾ ਉਸ ਟਾਈਮ ਤੁਸੀਂ ਕਿੱਥੇ ਹੋ? ਪੂਰੀ ਗੱਲਬਾਤ ਜਿਹੜੀ ਅੱਜ ਤੁਹਾਡੇ ਨਾਲ ਇਸ ਵਿਸ਼ੇ ਤੇ ਕਰਾਂਗੇ। ਦੇਖੋ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ 1 ਜੂਨ 1984 ਤੋਂ ਆਰੰਭ ਹੋ ਗਿਆ ਸੀਗਾ ਔਰ 1 ਜੂਨ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ CRPF ਨੇ ਗੋਲੀਬਾਰੀ ਚਲਾਈ ਸੀਗੀ ਔਰ ਤਕਰੀਬਨ 7-8 ਘੰਟੇ ਉਹ ਗੋਲੀਬਾਰੀ ਚੱਲੀ ਸੀਗੀ ਜਿਹਦੇ ਵਿੱਚ ਕਿ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਸੀਗੇ, ਬੱਬਰ ਖਾਲਸਾ ਇੰਟਰਨੈਸ਼ਨਲ ਦੇ। ਅਤੇ ਉਹਦੇ ਬਾਅਦ 1 ਜੂਨ ਨੂੰ ਰਾਤ ਦੇ ਵੇਲੇ ਕਰਫਿਊ ਲੱਗਿਆ ਸੀਗਾ ਜੋ ਕਿ ਕਰਫਿਊ 2 ਤਰੀਕ ਨੂੰ ਕੰਟੀਨਿਊ ਰਿਹਾ ਔਰ 2 ਤਰੀਕ ਨੂੰ ਸਿੰਘ ਸਾਹਿਬਾਨ ਸ਼੍ਰੋਮਣੀ ਕਮੇਟੀ ਅਤੇ ਜਿਹੜੀਆਂ ਅੰਦਰ ਜਥੇਬੰਦੀਆਂ ਸੀਗੀਆਂ ਉਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਸੀਗੀਆਂ ਉੱਥੇ ਬੜੀ ਹਿਲਚੁਲ ਰਹੀ ਔਰ ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਸੀਗੇ ਕਿ ਬਈ ਹੁਣ ਇੱਕ ਵੱਡਾ ਹਮਲਾ ਹੋਣ ਦੀ ਤਿਆਰੀ ਹੈ। ਮੈਂ 1 ਤਰੀਕ ਤੇ 2 ਤਰੀਕ
ਅੰਮ੍ਰਿਤਸਰ ਵਿੱਚ ਨਹੀਂ ਸੀਗਾ। ਮੈਂ 2 ਤਰੀਕ ਦੀ ਸ਼ਾਮ ਨੂੰ ਪਹੁੰਚਿਆ ਅਤੇ 3 ਤਰੀਕ ਨੂੰ ਮੈਂ ਉੱਥੇ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਜਨਰਲ ਸ਼ਬੇਗ ਸਿੰਘ ਅਤੇ ਹੋਰ ਬਹੁਤ ਸਾਰੇ ਜਿਹੜੀ ਜਥੇਬੰਦੀਆਂ ਅੰਦਰ ਸੀਗੀਆਂ, ਸਾਰਿਆਂ ਨੂੰ ਜਾ ਕੇ ਮਿਲਿਆ ਉੱਥੇ 3 ਤਰੀਕ ਨੂੰ। ਕਿਉਂਕਿ 3 ਤਰੀਕ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਸੀਗਾ। ਉਹ ਸ਼ਹੀਦੀ ਦਿਹਾੜਾ ਹੋਣ ਕਰਕੇ ਜਿਹੜੀਆਂ ਅੰਮ੍ਰਿਤਸਰ ਦੀ ਸੰਗਤਾਂ ਸੀਗੀਆਂ, ਲਾਗੇ ਚਾਗੇ ਸੰਗਤਾਂ ਸੀਗੀਆਂ, ਉਹ ਬੜੀ ਵੱਡੀ ਗਿਣਤੀ ਦੇ ਵਿੱਚ ਦਰਸ਼ਨ ਦੀਦਾਰੇ ਕਰਨ ਲਈ ਆਈਆਂ ਸੀਗੀਆਂ। ਕਿਉਂਕਿ ਸਿੱਖ ਜਿਹੜਾ ਹੈ ਉਹ ਫਿਰ ਇਸ ਚੀਜ਼ ਤੋਂ ਭੈਭੀਤ ਨਹੀਂ ਹੁੰਦਾ ਕਿ ਵੀ ਕਰਫਿਊ ਲੱਗ ਗਿਆ ਹੈ, ਗੋਲੀ ਚੱਲੀ ਸੀ ਪਹਿਲੀ ਤਰੀਕ ਨੂੰ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਤਾਂ ਸਿੱਖ ਨੂੰ ਆਪਣੇ ਗੁਰੂ ਦੇ ਦਰਸ਼ਨ ਦੀਦਾਰੇ ਚਾਹੀਦੇ ਨੇ। ਜਿਵੇਂ ਗੁਰਬਾਣੀ ਦੇ ਵਿੱਚ ਵੀ ਫਰਮਾਨ ਹੈ ਕਿ ਝੱਖੜ ਝਾਂਗੀ ਮੀਂਹ ਵਰਸੇ ਭੀ ਗੁਰ ਦੇਖਣ ਜਾਈ। ਤਾਂ ਸਿੱਖ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਆਏ ਹੋਏ ਸੀਗੇ। ਔਰ 3 ਤਰੀਕ ਨੂੰ ਜਿਸ ਲਈ ਅਸੀਂ ਉੱਥੇ ਪਹੁੰਚੇ ਹਾਂ ਅਤੇ ਜਨਰਲ ਸ਼ਬੇਗ ਸਿੰਘ ਦੇ ਨਾਲ ਮੇਰੀ ਮੁਲਾਕਾਤ ਹੋਈ ਹੈ, ਹੋਰ ਸਿੰਘਾਂ ਨਾਲ ਵੀ ਮੁਲਾਕਾਤ ਹੋਈ ਹੈ। ਉਹ ਤਕਰੀਬਨ ਸਾਰੇ ਹੀ ਇਸ ਚੀਜ਼ ਦੇ ਵਿੱਚ ਬਿਜ਼ੀ ਸੀਗੇ ਕਿ ਬਈ ਕਿੱਥੇ ਕਿੱਥੇ ਮੋਰਚੇਬੰਦੀ ਜਿਹੜੀ ਹੈ ਕਰਨੀ ਹੈ। ਔਰ ਲੱਗ ਰਿਹਾ ਸੀਗਾ ਸਾਰਿਆਂ ਨੂੰ ਕਿ ਬਈ ਇੱਕ ਬੜਾ ਵੱਡਾ ਫੌਜ ਦਾ ਹਮਲਾ ਹੋਣ ਦੀ ਤਿਆਰੀ ਹੈਗੀ ਹੈ। ਜਦੋਂ ਤੁਸੀਂ 3 ਤਰੀਕ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ ਤਾਂ ਕਿਸ ਤਰੀਕੇ ਦਾ ਮਾਹੌਲ ਸੀ ਆਲੇ ਦੁਆਲੇ ਨੂੰ ਲੈ ਕੇ? ਫੌਜ ਨੇ ਕਿਸ ਤਰ੍ਹਾਂ ਦੇ ਜਿਹੜੇ ਆ ਸਿੱਖਾਂ ਨੂੰ ਘੇਰਨ ਵਾਸਤੇ ਪ੍ਰਬੰਧ ਕੀਤੇ ਹੋਏ ਸਨ? ਦੇਖੋ, ਜਿੱਥੇ ਤੱਕ ਉੱਥੇ ਜਿਹੜੀ ਅੰਦਰ ਸੰਗਤਾਂ ਸੀਗੀਆਂ ਅਤੇ ਜਿਹੜੇ ਸਿੰਘ ਉੱਥੇ ਸੀਗੇ ਜੁਝਾਰੂ ਸਿੰਘ, ਮੈਂ ਦੇਖਿਆ ਕਿ ਕਿਸੇ ਦੇ ਮਨ ਦੇ ਉੱਤੇ ਜਾਂ ਚਿਹਰੇ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਖੌਫ ਨਹੀਂ ਸੀਗਾ, ਬਿਲਕੁਲ ਨਹੀਂ, ਬੇਫਿਕਰੇ ਹੈ। ਜਿਹਦੇ ਕਿ ਨਾ ਮਤਲਬ ਕਿ ਇੱਦਾਂ ਲੱਗ ਰਿਹਾ ਸੀਗਾ ਕਿ ਜਿਵੇਂ ਕਿ ਨਾ ਉਹਨਾਂ ਨੂੰ ਚਾਅ ਚੜਿਆ ਹੋਇਆ ਸੀਗਾ ਕਿ ਗੁਰੂ ਦੇ ਘਰ ਦੀ ਰੱਖਿਆ ਕਰਨੀ ਹੈ, ਪ੍ਰੋਟੈਕਸ਼ਨ ਕਰਨੀ ਹੈ ਵਗੈਰਾ ਵਗੈਰਾ। ਸੋ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਸੀਗਾ, ਖੌਫ ਨਹੀਂ ਸੀਗਾ ਉੱਥੇ ਕਿਸੇ ਕਿਸਮ ਦਾ। ਅਤੇ ਸੰਗਤਾਂ ਜਿਹੜੀਆਂ ਸੀਗੀਆਂ ਉਹ ਸੰਗਤਾਂ ਉੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਆਈਆਂ ਹੋਈਆਂ ਸੀਗੀਆਂ। ਸੋ ਉੱਥੇ ਕੁੱਲ ਮਿਲਾ ਕਰਕੇ ਜਿਹੜਾ ਸੀਗਾ ਮਾਹੌਲ ਉਹ ਇਸ ਪ੍ਰਕਾਰ ਦਾ ਸੀਗਾ ਕਿ ਬਈ ਇੱਕ ਸਮਰਪਣ ਦੀ ਭਾਵਨਾ, ਇੱਕ ਕੁਰਬਾਨ ਹੋਣ ਦੀ ਭਾਵਨਾ ਜਿਹੜੀ ਸੀਗੀ ਸੰਗਤਾਂ ਦੇ ਵਿੱਚ ਸੀਗੀ। ਹੋਰ ਬਹੁਤ ਸਾਰੀ ਸੰਗਤਾਂ ਐਸੀਆਂ ਵੀ ਸੀਗੀਆਂ ਜੋ ਕਿ ਕੇਵਲ ਦਰਸ਼ਨ ਦੀਦਾਰੇ ਕਰਨ ਆਈਆਂ ਸੀਗੀਆਂ ਅਤੇ ਲੇਕਿਨ ਸ਼ਾਮ ਨੂੰ, ਕਿਉਂਕਿ 3 ਤਰੀਕ ਦੀ ਸ਼ਾਮ ਨੂੰ ਕਰਫਿਊ ਲੱਗ ਗਿਆ ਦੁਬਾਰਾ, ਅਤੇ ਉਹ ਵਿੱਚੇ ਟਰੈਪ ਹੋ ਗਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ। ਉਹ ਸੰਗਤਾਂ ਉੱਥੇ ਟਰੈਪ ਹੋ ਗਈਆਂ। ਬਹੁਤ ਸਾਰੀ ਸੰਗਤਾਂ ਜਿਹੜੀਆਂ ਸੀਗੀਆਂ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਟਰੈਪ ਹੋ ਗਈਆਂ, ਉੱਥੇ ਸੌਂ ਗਈਆਂ। ਕਈ ਸੰਗਤਾਂ ਜਿਹੜੀਆਂ ਪਰਿਕਰਮਾ ਵੀ ਸੌਂ ਗਈਆਂ ਕਿਉਂਕਿ ਕਰਫਿਊ ਲੱਗ ਗਿਆ ਦੁਬਾਰਾ। ਪ੍ਰੋਫੈਸਰ ਸਾਹਿਬ, ਇੱਕ ਇੱਥੇ ਵੱਖਰੀ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜੋ ਭਾਈ ਮਹਿੰਗਾ ਸਿੰਘ ਉਹਨਾਂ ਨੂੰ 1 ਤਰੀਕ ਨੂੰ ਜਿਹੜਾ ਸ਼ਹਾਦਤ ਜਿਹੜੀ ਆ ਹੋ ਗਈ ਸੀ, ਕਿ ਸ਼ਹਾਦਤ ਤੋਂ ਬਾਅਦ ਮਿਲਟਰੀ ਨੇ ਜਾਂ ਫੌਜ ਨੇ ਪਾਬੰਦੀ ਨਹੀਂ ਲਾਈ ਅੰਦਰ ਜਾਣ 'ਤੇ? ਤੁਸੀਂ ਕਹਿ ਰਹੇ 3 ਤਰੀਕ ਨੂੰ ਗਏ ਸੀ ਤੁਸੀਂ। ਨਹੀਂ, ਦੇਖੋ ਇੱਦਾਂ ਹੈ ਕਿ ਕਰਫਿਊ ਖੋਲ੍ਹਤਾ ਗਿਆ ਸੀਗਾ। ਜਦ ਕਰਫਿਊ ਖੁੱਲ ਜਾਏਗਾ ਤੇ ਫਿਰ ਤਾਂ ਕੋਈ ਵੀ ਬੰਦਾ ਆ ਸਕਦਾ ਹੈ ਤੇ ਮੱਥਾ ਟੇਕ ਕੇ ਵਾਪਸ ਜਾ ਵੀ ਸਕਦਾ ਹੈ। ਸੋ ਇਸ ਪ੍ਰਕਾਰ ਦਾ ਮਾਹੌਲ ਸੀਗਾ ਕਿ ਕਰਫਿਊ ਜਦ ਖੋਲ੍ਹਤਾ ਗਿਆ, 2 ਤਰੀਕ ਨੂੰ ਭਾਈ ਮਹਿੰਗਾ ਸਿੰਘ ਬੱਬਰ ਦਾ ਸੰਸਕਾਰ ਕੀਤਾ ਗਿਆ ਦਰਬਾਰ ਸਾਹਿਬ ਦੇ ਵਿੱਚ ਹੀ, ਠੀਕ ਹੈ। ਉੱਥੇ ਹੀ ਕਹਿੰਦੀਆਂ ਮੰਜੀ ਸਾਹਿਬ ਦੀਵਾਨ ਹਾਲ ਦੇ ਲਾਗੇ ਉੱਥੇ ਸੰਸਕਾਰ ਕੀਤਾ ਗਿਆ ਅਤੇ ਉੱਥੇ ਮਾਹੌਲ ਇਸ ਪ੍ਰਕਾਰ ਦਾ ਸੀਗਾ ਜਦ ਕਰਫਿਊ ਖੁੱਲ੍ਹ ਗਿਆ ਅਤੇ ਸੰਗਤ ਆ ਵੀ ਸਕਦੀ ਹੈ, ਜਾ ਵੀ ਸਕਦੀ ਹੈ। ਲੋਕ ਸਕੂਟਰਾਂ 'ਤੇ ਪੈਦਲ ਆਮ ਵਰਗਾ ਮਾਹੌਲ ਹੋ ਗਿਆ, ਮਾਹੌਲ ਹੋ ਗਿਆ ਸੀਗਾ, ਆਮ ਵਰਗਾ ਮਾਹੌਲ ਹੋ ਗਿਆ ਸੀਗਾ। ਅਤੇ ਇੱਕ ਗੱਲ ਬੜੀ ਕਲੀਅਰ ਹੈ ਕਿ ਜਿਸ ਵੇਲੇ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣਾ ਹੈ ਅਤੇ ਉਸ ਵੇਲੇ ਸੰਗਤ ਜਿਹੜੀ ਹੈ ਨਾ ਇਸ ਪ੍ਰਕਾਰ ਦੀ ਗੱਲਾਂ ਅਤੇ ਪਾਬੰਦੀਆਂ ਤੋਂ ਡਰਦੀ ਵੀ ਨਹੀਂ ਹੈ ਜੀ। ਇਹ ਗੁਰੂ ਨੇ ਸਾਡੇ ਨਾ ਸਾਡਾ DNA ਹੈ ਨਾ, ਸਾਡੇ ਜਿਹੜੇ ਜੀਨਸ ਨੇ, ਸਾਡੀ ਜਿਹੜੀ ਮਾਨਸਿਕਤਾ ਹੈ ਉਹਦੇ ਵਿੱਚ ਡਰ ਜਿਹੜਾ ਹੈ ਨਾ ਉਹ ਨਹੀਂ ਹੈਗਾ ਕਿਸੇ ਕਿਸਮ ਦਾ। ਪ੍ਰੋਫੈਸਰ ਸਾਹਿਬ, ਮੈਂ ਇੱਥੇ ਇਸੇ ਸਵਾਲ ਨਾਲ ਜੁੜਿਆ ਸਵਾਲ ਕਰਾਂਗਾ ਕਿ ਹਮਲਾ ਕਦੋਂ ਹੋਇਆ ਸੀ, ਕਿਸ ਰਾਤ ਜਿਹੜਾ ਹਮਲਾ ਕੀਤਾ ਗਿਆ? ਇਹ 3 ਤਰੀਕ ਦੀ ਤੇ 4 ਤਰੀਕ ਦੀ ਰਾਤ, 4 ਤਰੀਕ ਨੂੰ ਸਵੇਰੇ ਲਗਭਗ 4 ਵਜੇ ਦੇ ਇੱਕ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਬਹੁਤ ਵੱਡਾ ਧਮਾਕਾ ਜਿਹੜਾ ਸੀਗਾ ਨਾ ਉਹ ਹੋਇਆ। ਉਹਦੇ ਬਾਅਦ ਬੰਬਾਂ ਦੀ ਬੰਬਾਰਮੈਂਟ ਸ਼ੁਰੂ ਹੋ ਗਈ। ਅਤੇ ਕਿਉਂਕਿ ਮੈਂ 3 ਤਰੀਕ ਨੂੰ ਇਹ ਸਾਰੇ ਸਿੰਘਾਂ ਨੂੰ ਮਿਲਣ ਦੇ ਬਾਅਦ ਜਿਹੜਾ ਸੀਗਾ ਮੈਂ ਆਪਣੇ ਘਰ ਪਰਤ ਕੇ ਆ ਗਿਆ ਸੀਗਾ ਅਤੇ ਅਸੀਂ ਸਵੇਰੇ ਅੰਮ੍ਰਿਤ ਵੇਲੇ ਅਸੀਂ ਅਜੇ ਕੋਠੇ 'ਤੇ ਲੰਮੇ ਪਏ ਸੀਗੇ ਕਿ ਬੜੀ ਉੱਚੀ ਗੜਗੜਾਹਟ ਦੇ ਨਾਲ ਧਮਾਕੇ ਜਿਹੜੇ ਹੋਏ ਅਤੇ ਅੰਮ੍ਰਿਤਸਰ ਦੀਆਂ ਸਾਰੀਆਂ ਬਿਲਡਿੰਗਾਂ ਜਿਹੜੀਆਂ ਸੀਗੀਆਂ ਉਹ ਹਿਲ ਗਈਆਂ। ਦਰਬਾਰ ਸਾਹਿਬ ਤੋਂ ਪ੍ਰੋਫੈਸਰ ਸਾਹਿਬ ਕਿੰਨੀ ਦੂਰੀ 'ਤੇ ਸੀ ਘਰ ਆਪਣਾ?
ਮੇਰਾ ਤਕਰੀਬਨ 4.5 ਕਿਲੋਮੀਟਰ ਦੇ ਲਗਭਗ ਘਰ ਸੀਗਾ। ਕਿਸ ਤਰ੍ਹਾਂ ਦੇ ਹਾਲਾਤ ਸੀ ਉਸ ਸਮੇਂ, ਜੇ ਤੁਸੀਂ ਆਵਾਜ਼ਾਂ ਸੁਣੀਆਂ ਜਾਂ ਤੁਸੀਂ ਲਾਈਟਾਂ ਕਿਸੇ ਤਰ੍ਹਾਂ ਦੀਆਂ ਨਿਕਲਦੀਆਂ ਦੇਖੀਆਂ ਹੋਣ? ਉਸ ਵੇਲੇ ਬੰਬਾਂ ਦੀਆਂ ਲਾਈਟਾਂ ਜਿਹੜੀਆਂ ਸੀਗੀਆਂ ਉਹ ਦੇਖਣ ਨੂੰ ਮਿਲੀਆਂ। ਠੀਕ ਹੈ, ਇੱਕਦਮ ਉਸ ਵੇਲੇ ਇੱਕ ਖੌਫ ਦਾ ਡਰ ਸੀਗਾ ਤੇ 4 ਚੁਫੇਰੇ ਜਿਹੜਾ ਸੀ ਕਰਫਿਊ ਸੀਗਾ। ਮਿਲਟਰੀ ਦੀਆਂ ਗੱਡੀਆਂ ਦੀ ਰਾਤ ਨੂੰ ਆਵਾਜ਼ ਆਉਂਦੀ ਸੀਗੀ। ਹੋਰ ਕਿਸੇ ਪ੍ਰਕਾਰ ਦਾ ਕੋਈ ਟ੍ਰੈਫਿਕ ਨਹੀਂ ਸੀਗਾ, ਕਿਉਂਕਿ ਪੰਜਾਬ ਦੇ ਵਿੱਚ 3 ਤਰੀਕ ਦੀ ਸ਼ਾਮ ਨੂੰ ਰਾਤੀ 9 ਵਜੇ ਦੇ ਕਰੀਬ ਜਿਹੜਾ ਸੀਗਾ ਪੂਰੇ ਪੰਜਾਬ ਦੇ ਵਿੱਚ ਆਵਾਜਾਈ ਠੱਪ ਕਰਤੀ ਗਈ ਸੀਗੀ। ਪੂਰਾ ਪੰਜਾਬ ਫੌਜ ਦੇ ਹਵਾਲੇ ਕਰਤਾ ਗਿਆ ਸੀਗਾ। ਕਰਫਿਊ ਲੱਗਿਆ ਸੀਗਾ। ਸਾਰੇ ਟੈਲੀਫੋਨ ਕਨੈਕਸ਼ਨਸ ਕੱਟ ਦਿੱਤੇ ਗਏ ਸੀਗੇ ਤੇ ਸਾਰਾ ਪੰਜਾਬ ਫੌਜ ਦੀ ਸਪੁਰਦਗੀ ਚਲੇ ਗਿਆ ਸੀਗਾ। ਪੁਲਿਸ ਦੇ ਅਧਿਕਾਰ ਖਤਮ ਹੋ ਗਏ ਸੀਗੇ। ਪੱਤਰਕਾਰਾਂ ਦੇ ਅਧਿਕਾਰ ਖਤਮ ਹੋ ਗਏ ਸੀਗੇ ਤੇ ਉਸ ਦੇ ਬਾਅਦ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਤੇ ਕਿਸੇ ਨੂੰ ਬਾਹਰ ਆਉਣ ਦੀ ਇਜਾਜ਼ਤ ਜਿਹੜੀ ਸੀਗੀ ਉਹ ਨਹੀਂ ਸੀਗੀ। ਤੁਸੀਂ ਉਸ ਮੌਕੇ ਤੇ ਜਾਂ ਸਵੇਰੇ ਕਿਸੇ ਟਾਈਮ ਤੇ ਪਹੁੰਚੇ? ਵੀ ਮੈਂ ਦੇਖਾਂ ਹਰ ਰੋਜ਼ ਜਿੱਥੇ ਗੁਰੂ ਦਰਬਾਰ ਤੇ ਦਰਸ਼ਨ ਕਰਨ ਵਾਸਤੇ ਜਾਂਦੇ ਸੀ, ਮੱਥਾ ਟੇਕਣ ਵਾਸਤੇ ਜਾਂਦੇ, ਸਵੇਰੇ ਕੋਈ ਇੱਛਾ ਉੱਠੀ ਮੈਂ ਜਾਣ ਦੀ? ਬਿਲਕੁਲ ਜੀ, ਉੱਠੀ ਸੀਗੀ। ਮੈਨੂੰ ਯਾਦ ਹੈ ਕਿ 5 ਤਰੀਕ ਨੂੰ, ਸ਼ਾਇਦ 5 ਤਰੀਕ ਸੀਗੀ, ਸਵੇਰ ਦੇ ਵੇਲੇ ਜਨਰਲ ਸ਼ਬੇਕ ਸਿੰਘ ਦੇ ਭਰਾਤਾ ਬੇਅੰਤ ਸਿੰਘ ਜੀ ਜਿਹੜੇ ਸੀਗੇ ਉਹ ਕਿਸੇ ਤਰੀਕੇ ਨਾਲ ਮੇਰੇ ਜਿੱਥੇ ਮੈਂ ਰਹਿ ਰਿਹਾ ਸੀਗਾ ਆਪਣੇ ਸਹੁਰੇ ਘਰ ਉੱਥੇ ਪਹੁੰਚ ਗਏ। ਉੱਥੇ ਪਹੁੰਚ ਕੇ ਮੈਨੂੰ ਕਹਿੰਦੇ ਕਿ ਕੁਝ ਖਬਰ ਆਈ, ਪਤਾ ਲੱਗਿਆ ਕੁਝ ਅੰਦਰੋਂ ਕੋਈ ਖਬਰ ਹੈਗੀ ਹੈ ਜਨਰਲ ਸਾਹਿਬ ਦੇ ਬਾਰੇ ਤੇ ਬਾਕੀ ਸਿੰਘਾਂ ਬਾਰੇ। ਤੇ ਅਸੀਂ ਬੜੀ ਔਖਿਆਈ ਦੇ ਨਾਲ ਅਸੀਂ ਸਕੂਟਰ ਤੇ ਬਹਿ ਕੇ ਥੋੜ੍ਹਾ ਚਿਰ ਅੱਗੇ ਗਏ ਤੇ ਅੱਗੇ ਜਾ ਕਰਕੇ ਸਾਨੂੰ ਆਰਮੀ ਵਾਲਿਆਂ ਨੇ, ਫੌਜ ਵਾਲਿਆਂ ਨੇ ਰੋਕ ਲਿਆ ਤੇ ਉਹ ਵੀ ਵਾਪਸ ਪਰਤ ਕੇ ਆ ਗਏ ਤੇ ਮੈਂ ਵੀ ਵਾਪਸ ਪਰਤ ਕੇ ਆ ਗਿਆ। ਜਨਰਲ ਸ਼ਬੇਕ ਸਿੰਘ ਦੇ ਭਰਾਤਾ ਜੀ। ਤੋ ਇਹ 5 ਤਰੀਕ ਦੀ ਗੱਲ ਹੈਗੀ ਹੈ, ਕਿਉਂਕਿ ਉਸ ਵੇਲੇ ਕਿਸੇ ਨੂੰ ਅੱਗੇ ਮੂਵਮੈਂਟ ਨਹੀਂ ਸੀਗੀ ਕਿ ਦਰਬਾਰ ਸਾਹਿਬ ਤੱਕ ਕੋਈ ਪਹੁੰਚ ਸਕੇ। ਪ੍ਰੋਫੈਸਰ ਸਾਹਿਬ, ਜਿਵੇਂ ਤੁਹਾਨੂੰ ਆਰਮੀ ਨੇ ਉੱਥੇ ਨਹੀਂ ਜਾਣ ਦਿੱਤਾ ਗਿਆ, ਕਰਫਿਊ ਲੱਗਾ ਹੋਇਆ ਸੀ, ਤਾਂ ਫਿਰ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲੀ ਕਿ ਦਰਬਾਰ ਸਾਹਿਬ ਤੇ ਇਸ ਤਰ੍ਹਾਂ ਦਾ ਹਮਲਾ ਹੋ ਗਿਆ? ਦੇਖੋ, ਦਰਬਾਰ ਸਾਹਿਬ ਤੇ ਹਮਲੇ ਦੀ ਖਬਰਾਂ ਜਿਹੜੀ ਸੀਗੀਆਂ ਉਹ ਸਾਨੂੰ BBC ਦੇ ਮਾਧਿਅਮ ਦੇ ਰਾਹੀਂ ਵੀ ਮਿਲਦੀਆਂ ਰਹੀਆਂ। ਕੁਝ ਭਾਰਤ ਦਾ ਦੂਰਦਰਸ਼ਨ ਦੇ ਰਾਹੀਂ ਮਿਲਦੀਆਂ ਰਹੀਆਂ। ਭਾਰਤ ਦਾ ਦੂਰਦਰਸ਼ਨ ਤੇ BBC ਦੀਆਂ ਖਬਰਾਂ ਦੇ ਵਿੱਚ ਕਾਫੀ ਅੰਤਰ ਸੀਗਾ। ਦੂਰਦਰਸ਼ਨ ਕੁਝ ਹੋਰ ਬੋਲ ਰਿਹਾ ਸੀਗਾ, BBC ਕੁਝ ਹੋਰ ਬੋਲ ਰਿਹਾ ਸੀਗਾ। 6 ਤਰੀਕ ਨੂੰ ਸਾਨੂੰ ਖਬਰ ਮਿਲੀ ਹੈ ਕਿ ਬਈ ਸਾਰਾ ਕੁਝ ਫੌਜ ਨੇ ਜਿਹੜਾ ਸੀਗਾ ਦਰਬਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਆਪਣੇ ਕਬਜ਼ੇ ਵਿੱਚ ਕਰ ਲਿਆ ਹੈਗਾ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਨਰਲ ਸ਼ਬੇਕ ਸਿੰਘ ਜੀ, ਭਾਈ ਅਮਰੀਸ਼ ਸਿੰਘ ਜੀ ਅਤੇ ਹੋਰ ਬਹੁਤ ਸਾਰੇ ਸਿੰਘਾਂ ਦਾ ਸਾਨੂੰ ਪਤਾ ਲੱਗਿਆ ਤੇ ਮਨ 'ਚ ਬੜਾ ਵੈਰਾਗ ਆਇਆ, ਬਹੁਤ ਵੈਰਾਗ ਆਇਆ। ਹੋਰ ਗੱਲ ਚੇਤੇ ਰੱਖਿਓ, ਜਿਸ ਵੇਲੇ ਬੰਦੇ ਦੇ ਸਿੱਖ ਦੇ ਮਨ 'ਚ ਵੈਰਾਗ ਆਉਂਦਾ ਨਾ, ਸਿੱਖ ਭੱਜ ਕੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲੈਂਦਾ। ਹੋਰ ਮੈਂ ਆਪਣੇ ਸਹੁਰੇ ਘਰ ਸੀਗਾ, ਸਹੁਰੇ ਘਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈਗਾ ਤੇ ਮੈਂ ਸਿੱਧਾ ਬਾਬਾ ਜੀ ਦੇ ਕਮਰੇ 'ਚ ਮਹਾਰਾਜ ਦੇ ਓਟ ਆਸਰਾ ਲਿਆ, ਹੁਕਮਨਾਮਾ ਲਿਆ। ਹੁਕਮਨਾਮੇ ਨੂੰ ਸੁਣ ਕੇ ਮਨ ਦੇ ਵਿੱਚ ਕੁਝ ਤਰਵਾਸ ਆਇਆ। ਹੋਰ ਸਹੀ ਮੈਨੇ ਦੱਸੀਏ ਕਿ ਉਸ ਵੇਲੇ ਆਪਣੇ ਆਪ ਤੇ ਕੰਟਰੋਲ ਨਹੀਂ ਹੋ ਰਿਹਾ ਸੀਗਾ, ਰੋਣਾ ਆ ਰਿਹਾ ਸੀਗਾ, ਕਿਉਂਕਿ ਸਾਨੂੰ ਆਪਣੀ ਜਾਨ ਤੋਂ ਵੀ ਪਿਆਰਾ, ਆਪਣੀ ਜਿੰਦ ਤੋਂ ਵੀ ਪਿਆਰਾ, ਆਪਣੇ ਪਰਿਵਾਰ ਨਾਲੋਂ ਵੀ ਜ਼ਿਆਦਾ ਪਿਆਰਾ ਹਰਿਮੰਦਰ ਸਾਹਿਬ ਹੈ, ਸ਼੍ਰੀ ਅਕਾਲ ਤਖਤ ਸਾਹਿਬ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਸੋ ਇੱਕ ਵੈਰਾਗ ਹਰ ਸਿੱਖ ਦੇ ਮਨ 'ਚ ਆਇਆ, ਭਾਵੇਂ ਉਹ ਅੰਮ੍ਰਿਤਸਰ ਰਹਿੰਦਾ ਹੈ, ਭਾਵੇਂ ਉਹ ਬਾਹਰ ਰਹਿੰਦਾ ਹੈ। ਸੋ ਇੱਕ ਜਿਹੜਾ ਵੈਰਾਗ ਵਾਲਾ ਜਿਹੜਾ ਸੀਗਾ ਉਹ ਜਿੰਨੇ ਵੀ ਮੇਰੇ ਪਰਿਵਾਰ ਦੇ ਵਿੱਚ, ਮੇਰੇ ਸਹੁਰੇ ਪਰਿਵਾਰ ਵਿੱਚ ਸੀਗੇ, ਸਾਰਿਆਂ ਦੇ ਦੇਖਣਾ ਚਿਹਰਿਆਂ 'ਤੇ ਮਾਤਮ ਜਿਹਾ ਛਾ ਗਿਆ, ਜਿਵੇਂ ਕਿ ਨਾ ਅਸੀਂ ਸਭ ਕੁਝ, ਸਾਡਾ ਸਭ ਕੁਝ ਲੁੱਟ ਗਿਆ ਹੁੰਦਾ, ਅਸੀਂ ਬਰਬਾਦ ਹੋ ਗਏ ਹੁੰਦੇ ਹਾਂ, ਸਾਡੇ ਪੱਲੇ ਕੱਖ ਨਹੀਂ ਰਿਹਾ। ਜਿਸ ਵੇਲੇ ਇਹ ਖਬਰਾਂ ਸਾਰੀਆਂ ਸੁਣੀਆਂ, ਸੋ 6 ਤਰੀਕ ਨੂੰ ਇਹ ਸਾਰੀਆਂ ਖਬਰਾਂ ਅਸੀਂ ਸੁਣਦੇ ਰਹੇ ਹਾਂ। ਬਾਹਰ ਜਾਣ ਦਾ ਸਾਨੂੰ ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਬਾਹਰ ਸੜਕਾਂ ਦੇ ਉੱਤੇ ਆਰਮੀ ਦੀ ਗਸ਼ਤ ਬਹੁਤ ਵਧੀ ਹੋਈ ਸੀਗੀ। ਪ੍ਰੋਫੈਸਰ ਸਾਹਿਬ, ਕਿੰਨੇ ਕੁ ਦਿਨ ਜਿਹੜਾ ਕਰਫਿਊ ਜਿਹੜਾ ਫੌਜ ਵੱਲੋਂ ਲਗਾਇਆ ਗਿਆ ਸੀ? ਅਸੀਂ ਫਿਰ ਜੀ ਜਿਸ ਦਿਨ ਇਹ ਕਰਫਿਊ ਖੁੱਲ੍ਹਦਾ ਹੈ ਤੇ ਅਸੀਂ ਉਸ ਕਰਫਿਊ ਦੇ ਖੁੱਲ੍ਹਣ ਦੇ ਉੱਤੇ ਜਿਹੜਾ ਹੈ ਅਸੀਂ ਉੱਥੇ ਪਹੁੰਚਦੇ ਹਾਂ ਤੇ ਜਾ ਕਰਕੇ ਦੇਖਦੇ ਹਾਂ ਕਿ ਬਈ ਉੱਥੇ ਬਿਲਕੁਲ ਜਿਹੜਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਉੱਥੋਂ ਅਜੇ ਵੀ ਥੋੜ੍ਹਾ ਉਸ ਵੇਲੇ ਨਾਲ ਧੂੰਆਂ ਮਾੜਾ ਮੋਟਾ ਆ ਰਿਹਾ ਸੀਗਾ ਤੇ ਸਾਰੇ ਹੀ ਸੰਗਤ ਜਿੰਨੀ ਵੀ ਉੱਥੇ ਆਈ ਸੀਗੀ। ਤਕਰੀਬਨ ਪ੍ਰੋਫੈਸਰ ਸਾਹਿਬ ਕਿੰਨੇ ਕੁ ਦਿਨਾਂ ਬਾਅਦ ਪਹੁੰਚੇ ਹੋਗੇ ਤੁਸੀਂ? ਅਸੀਂ 2 ਦਿਨਾਂ ਬਾਅਦ ਪਹੁੰਚੇ, 7 ਤਰੀਕ ਨੂੰ 7 ਤਰੀਕ ਨੂੰ ਪਹੁੰਚੇ ਹਾਂ ਤੇ ਉੱਥੇ ਅਸੀਂ ਸਾਰਿਆਂ ਨੂੰ ਰੋਂਦੇ ਵੇਖਿਆ ਹੈ, ਸਾਰਿਆਂ ਨੂੰ ਰੋਂਦੇ ਵੇਖਿਆ। ਸਾਰਿਆਂ ਦੇ ਮਨ ਜਿਹੜੇ ਸੀ ਨਾ ਉਹ ਵਿਰਲਾਪ ਕਰ ਰਹੇ ਸੀਗੇ, ਕਿਉਂਕਿ ਇਹ ਹਮਲਾ ਭਾਰਤ ਸਰਕਾਰ ਨੇ ਬੜਾ ਕਰੂਰਤਾ ਦੇ ਨਾਲ ਸਾਨੂੰ ਇਸ ਤਰੀਕੇ ਨਾਲ ਕੀਤਾ ਜਿਵੇਂ ਕਿ ਜਿਹੜਾ ਹੈ ਨਾ, ਜਿਹੜੇ ਇੰਟਰਨੈਸ਼ਨਲ ਆਰਮੀ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ
ਉਹ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਨੇ ਜੋ ਕਿ ਇੰਟਰਨੈਸ਼ਨਲ ਵਾਰ ਦੇ ਵਿੱਚ ਵੀ ਲਾਗੂ ਹੁੰਦੇ ਨੇ, ਉਹ ਭਾਰਤ ਸਰਕਾਰ ਨੇ ਸਾਡੇ ਤੇ ਵੀ ਲਾਗੂ ਨਹੀਂ ਕੀਤੇ। ਸਾਨੂੰ ਬਿਲਕੁਲ ਜਿਹੜਾ ਨਾ ਉਹਨਾਂ ਨੇ ਸਾਰੇ ਰੂਲਸ ਐਂਡ ਰੈਗੂਲੇਸ਼ਨ ਛਿੱਕੇ ਟੰਗ ਕੇ ਉੱਥੇ 6-6 ਮਹੀਨੇ ਦੇ ਬੱਚੇ ਜਿਹੜੇ ਸੀਗੇ, ਔਰਤਾਂ, ਬਜ਼ੁਰਗ, ਸਾਰਿਆਂ ਨੂੰ ਉਹਨਾਂ ਨੇ ਮਾਰਿਆ, ਗੋਲੀਆਂ ਨਾਲ ਭੁੰਨਤਾ ਗਿਆ। ਪ੍ਰੋਫੈਸਰ ਸਾਹਿਬ ਤੇ ਸਵਾਲ ਖੜਾ ਹੁੰਦਾ, ਜਿਹੜੀਆਂ ਸੰਗਤਾਂ ਉੱਥੇ ਦਰਸ਼ਨ ਦੀਦਾਰ ਕਰਨ ਵਾਸਤੇ ਪਹੁੰਚੀਆਂ ਸੀ, ਕਿ ਫੌਜ ਦੇ ਵੱਲੋਂ ਉਹਨਾਂ ਨੂੰ ਸਮਾਂ ਨਹੀਂ ਦੇ ਦਿੱਤਾ ਗਿਆ ਵੀ ਤੁਸੀਂ ਬਾਹਰ ਨਿਕਲ ਜਾਓ? ਕਿਸ ਤਰ੍ਹਾਂ? ਬਿਲਕੁਲ ਨਹੀਂ ਜੀ, ਇਹ ਫੌਜ ਨੇ ਬਿਲਕੁਲ ਵੀ ਸਮਾਂ ਨਹੀਂ ਦਿੱਤਾ। ਔਰ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਨਾ, ਉਹ ਸਿੱਖ ਸੰਗਤਾਂ, ਬਜ਼ੁਰਗ, ਮਾਤਾਵਾਂ, ਬੱਚੇ, ਜਿਹੜੀ ਭੈਣਾਂ ਜਿਹੜੀਆਂ ਸੀਗੀਆਂ, ਔਰਤਾਂ, ਇਹ ਬੜੀ ਵੱਡੀ ਗਿਣਤੀ ਦੇ ਵਿੱਚ ਫੌਜ ਨੇ ਜਿਹੜੀ ਸੀਗੀ ਮਾਰੇ। ਉਹ ਕੁੱਲ ਮਿਲਾ ਕਰਕੇ ਅਗਰ ਦੇਖਿਆ ਜਾਏ ਕਿ ਇਹ ਇੱਕ ਐਸਾ ਜਿਹੜਾ ਸੀਗਾ ਜੈਨੋਸਾਈਡ ਹੋਇਆ ਹੈ, ਇੱਕ ਐਸਾ ਘੱਲੂਕਾਰਾ ਹੈ ਜਿਹਦੇ ਵਿੱਚ ਕਿ ਮੈਂ ਸਮਝਦਾ ਕਿ ਸਾਨੂੰ ਉਹਦੇ ਬਾਅਦ ਸਾਡੀ ਮਾਨਸਿਕਤਾ ਦੇ ਵਿੱਚ ਤੇ 1984 ਜਿਨ੍ਹਾਂ ਨੇ ਦੇਖਿਆ ਹੈ ਤੇ 1984 ਜਿਨ੍ਹਾਂ ਨੇ ਸੁਣਿਆ ਬਾਅਦ 'ਚ, ਉਹਨਾਂ ਸਾਰਿਆਂ ਦੀ ਮਾਨਸਿਕਤਾ ਦੇ ਵਿੱਚ ਇੱਕ ਗੱਲ ਉਕਰ ਗਈ ਹੈ ਕਿ ਬਈ ਅਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹਾਂ ਤੇ ਸਾਨੂੰ ਆਜ਼ਾਦੀ ਚਾਹੀਦੀ ਹੈ। 1984 ਦਾ ਸਾਨੂੰ ਨਾ ਤਾਂ ਜੂਨ ਦਾ ਕੋਈ ਇਨਸਾਫ ਮਿਲਿਆ ਹੈ, ਨਾ ਹੀ ਸਾਨੂੰ ਨਵੰਬਰ ਦਾ ਕੋਈ ਇਨਸਾਫ ਮਿਲਿਆ ਹੈ। ਸਾਡੇ ਤਖਤ ਢਾਤੇ ਗਏ, ਸਾਡੇ ਹਰਿਮੰਦਰ ਸਾਹਿਬ ਢਾਤਾ ਗਿਆ, ਸਾਡੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀਗੀ, ਸਾਡਾ ਜਿਹੜਾ ਅਮੀਰ ਵਿਰਸਾ ਸੀਗਾ, ਉਹ ਸਾਰਾ ਕੁਝ ਲੁੱਟ ਕੇ ਲੈ ਗਏ ਭਾਰਤੀ ਫੌਜ ਜਿਹੜੀ ਸੀਗੀ। ਸਾਹਿਬ ਤੁਹਾਡੀ ਮੈਂ ਗੱਲ ਟੁੱਕ ਰਿਹਾ ਕਿ ਜਿਵੇਂ ਤੁਸੀਂ ਦੱਸਿਆ, ਕਾਫੀ ਦਰਦ ਆ ਤੁਹਾਡੀਆਂ ਗੱਲਾਂ ਦੇ ਵਿੱਚ, ਕਾਫੀ ਜਿਹੜਾ ਆ ਰੋਸ ਪਾਇਆ ਜਾ ਰਿਹਾ ਭਾਰਤ ਸਰਕਾਰ ਦੇ ਬਦਲੇ ਕਿ ਇਹਨਾਂ ਨੇ ਕਿਸ ਤਰ੍ਹਾਂ ਸਾਡੇ ਗੁਰੂ ਸਾਹਿਬਾਨ ਤੇ ਹਮਲਾ ਕੀਤਾ। ਕਾਰਨ ਕੀ ਸੀ ਹਮਲੇ ਦਾ? ਕਿਉਂਕਿ ਤੁਸੀਂ ਉਸ ਸਮੇਂ ਦੇ ਅਧਿਆਪਕ ਵੀ ਰਹੇ ਸੀ, ਜਿਵੇਂ ਤੁਸੀਂ ਦੱਸਿਆ ਕਿ ਕਾਫੀ ਲੰਮਾ ਸਮਾਂ ਤੁਸੀਂ ਜਿਹੜੇ ਅਸੀਂ ਕਾਲਜ ਦੇ ਵਿੱਚ ਪੜ੍ਹਾਇਆ। ਕੀ ਕਾਰਨ ਰਿਹਾ? ਦੇਖੋ, ਮੈਂ ਇਹ ਸਮਝਦਾ ਕਿ ਕਾਰਨਾਂ ਦੇ ਵਿੱਚ ਨਾ ਜੇ ਜਾਈਏ ਤਾਂ ਸੰਖੇਪ ਦੇ ਵਿੱਚ ਮੈਂ 1947 ਦੀ ਗੱਲ ਕਰਾਂਗਾ, ਜਿਸ ਵੇਲੇ ਇਸ ਦੇਸ਼ ਦੀ ਵੰਡ ਹੋਈ ਸੀਗੀ। ਵੰਡ ਦੇ ਬਾਅਦ ਇਮੀਡੀਏਟਲੀ ਜਿਹੜਾ ਸੀਗਾ ਇੱਕ ਸਰਕੂਲਰ ਜਾਰੀ ਕੀਤਾ ਗਿਆ। ਉਹ ਸਰਕੂਲਰ ਦੇ ਰਾਹੀਂ ਇਹ ਕਿਹਾ ਗਿਆ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ, ਕ੍ਰਿਮੀਨਲ ਨੇ। ਕ੍ਰਿਮੀਨਲ ਭਾਵ ਕਹਿਣ ਦਾ ਹੋ ਗਿਆ ਕਿ ਕਿੱਥੇ ਅਸੀਂ ਬਹਾਦਰ ਸੀਗੇ 47 ਤੋਂ ਪਹਿਲਾਂ, 85% ਕੁਰਬਾਨੀਆਂ ਸਾਡੀਆਂ, ਅਸੀਂ ਸਾਰਾ ਕੁਝ ਕੁਰਬਾਨ ਕਰਕੇ ਜਿਹੜਾ ਸੀਗਾ ਦੇਸ਼ ਦੀ ਵੰਡ ਜਦ ਹੋਈ, ਅਸੀਂ ਸਭ ਤੋਂ ਜ਼ਿਆਦਾ ਸਫ਼ਰ ਕੀਤਾ ਤੇ ਸਾਨੂੰ ਆ ਕਰਕੇ ਇੱਕ ਸਰਕੂਲਰ ਮਿਲ ਗਿਆ ਕਿ ਬਈ ਇਹ ਜਰਾਇਮ ਪੇਸ਼ਾ ਕੌਮ ਹੈ। ਹੁਣ ਇਸ ਦੇ ਬਾਅਦ ਜਿਸ ਵੇਲੇ ਸਾਰੇ ਸੂਬੇ ਲੈਂਗੁਏਜ ਦੇ ਆਧਾਰ 'ਤੇ ਵੰਡੇ ਗਏ, ਜਿਹੜਾ ਸੀਗਾ ਮਹਾਰਾਸ਼ਟਰ ਨੂੰ ਲੈਂਗੁਏਜ ਦੇ ਆਧਾਰ 'ਤੇ ਸੂਬਾ ਮਿਲ ਗਿਆ, ਬੰਗਾਲ ਨੂੰ ਮਿਲ ਗਿਆ, ਬਿਹਾਰ ਨੂੰ ਮਿਲ ਗਿਆ, ਸਾਰਿਆਂ ਨੂੰ ਮਿਲ ਗਿਆ। ਤੇ ਜਿਸ ਵੇਲੇ ਪੰਜਾਬ ਦੀ ਗੱਲ ਆਈ ਕਿ ਪੰਜਾਬੀ ਬੋਲੀ ਇਲਾਕੇ ਦੇ ਹਿਸਾਬ ਨਾਲ ਪੰਜਾਬ ਦੀ ਵੰਡ ਕੀਤੀ ਜਾਵੇ, ਤਾਂ ਉਸ ਵੇਲੇ ਸਿੱਖਾਂ ਨੂੰ ਸਟਰਗਲ ਕਰਨਾ ਪਿਆ। ਉਸ ਵੇਲੇ ਫਿਰ ਕੁਰਬਾਨੀਆਂ ਦੇਣੀਆਂ ਪਈਆਂ। ਭਾਵ ਕਹਿਣ ਦਾ ਕਿ ਸਾਡੇ ਨਾਲ ਵਿਤਕਰੇ ਵਾਲਾ ਐਟੀਟਿਊਡ ਸੀਗਾ, ਸਾਨੂੰ ਮਾਰਨ ਵਾਲਾ ਐਟੀਟਿਊਡ ਸੀਗਾ। ਜਿਸ ਪੰਜਾਬ ਨੇ ਦੇਸ਼ ਦੇ ਵਿੱਚ ਹਰੀ ਕ੍ਰਾਂਤੀ ਲਿਆ ਕਰਕੇ ਦੇਸ਼ ਦਾ ਸਾਰਾ ਢਿੱਡ ਭਰਿਆ ਹੋਏ, ਉਸ ਦੇਸ਼ ਦੇ ਨਾਲ, ਉਸ ਪੰਜਾਬ ਦੇ ਨਾਲ, ਉਹਨਾਂ ਸਿੱਖਾਂ ਦੇ ਨਾਲ, ਉਹਨਾਂ ਪੰਜਾਬੀਆਂ ਦੇ ਨਾਲ ਪਾਣੀ ਪੱਖੋਂ ਵੀ ਵਿਤਕਰਾ, ਸਾਡੇ ਜਿਹੜੇ ਅਸੀਂ ਅੰਨ ਪੈਦਾ ਕਰਦੇ ਸੀਗੇ ਉਸ ਪੱਖੋਂ ਸਾਡਾ ਵਿਤਕਰਾ, ਸਾਡੇ ਨਾਲ ਹਰ ਥਾਂ 'ਤੇ ਵਿਤਕਰਾ ਹੀ ਵਿਤਕਰਾ ਕੀਤਾ ਗਿਆ। ਫਿਰ 1978 ਦੀ ਗੱਲ ਆਉਂਦੀ ਹੈ, 1978 ਵਿੱਚ 13 ਸਿੰਘ ਸ਼ਹੀਦ ਹੁੰਦੇ ਨੇ, ਉਸ ਵੇਲੇ ਵੀ ਸਾਨੂੰ ਇਨਸਾਫ ਨਹੀਂ ਮਿਲਦਾ। ਫਿਰ ਧਾਰਮਿਕ ਮੋਰਚਾ ਸ਼ੁਰੂ ਹੁੰਦਾ ਹੈ, ਪੰਜਾਬ ਦੀਆਂ ਮੰਗਾਂ ਨੂੰ ਲੈ ਕਰਕੇ, ਵੱਧ ਅਧਿਕਾਰਾਂ ਨੂੰ ਲੈ ਕਰਕੇ, ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕਰਕੇ ਵੱਧ ਅਧਿਕਾਰਾਂ ਦੀ ਗੱਲ ਕਰਨ ਲਈ ਫਿਰ ਧਰਮਯੁੱਧ ਮੋਰਚਾ ਸ਼ੁਰੂ ਹੋਇਆ। ਧਰਮਯੁੱਧ ਮੋਰਚਾ ਸ਼ੁਰੂ ਹੋਇਆ, ਫਿਰ ਸਾਨੂੰ ਇਨਸਾਫ ਨਹੀਂ ਮਿਲਿਆ, ਬਲਕਿ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕਰਤਾ ਗਿਆ। ਸੋ ਕੁੱਲ ਮਿਲਾ ਕਰਕੇ ਦੇਖਿਆ ਜਾਏ, ਭਾਰਤ ਦੀ ਜਿਹੜੀ ਸਟੇਟ ਪਾਲਿਸੀ ਹੈ, ਚਾਹੇ ਉੱਥੇ ਕਾਂਗਰਸ ਬੈਠੀ ਹੈ, ਚਾਹੇ ਉੱਥੇ ਭਾਜਪਾ ਬੈਠੀ ਹੈ, ਚਾਹੇ ਕੋਈ ਹੋਰ ਸਰਕਾਰ ਬੈਠੀ ਹੈ, ਜਿਹੜੀ ਸਟੇਟ ਪਾਲਿਸੀ ਹੈ ਗੌਰਮੈਂਟ ਦੀ, ਉਸ ਪਾਲਿਸੀ ਦੇ ਮੁਤਾਬਕ ਸਿੱਖਾਂ ਦੇ ਨਿਆਰੇਪਨ ਨੂੰ ਇਹ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ, ਚਾਹੇ ਉਹ ਮੋਦੀ ਦੀ ਸਰਕਾਰ ਹੋਏ, ਚਾਹੇ ਉਹ ਕਾਂਗਰਸੀ ਸਰਕਾਰ ਹੋਏ। ਸਿੱਖਾਂ ਦੇ ਵਾਸਤੇ ਇਹਨਾਂ ਦਾ ਜਿਹੜਾ ਐਟੀਟਿਊਡ ਹੈ, ਜਿਹੜੇ ਕਾਨੂੰਨ ਨੇ ਉਹ ਵੱਖਰੇ ਨੇ, ਬਹੁਗਿਣਤੀ ਵਾਸਤੇ ਵੱਖਰੇ ਨੇ। ਸੋ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਭਾਰਤ ਦੀ ਸਰਕਾਰ ਬਹੁਗਿਣਤੀ ਵਾਸਤੇ ਜਿਹੜਾ ਹੈ ਨਜ਼ਰੀਆ ਕੁਝ ਹੋਰ ਰੱਖਦੀ ਹੈ ਤੇ ਸਿੱਖਾਂ ਦੇ ਵਾਸਤੇ ਤੇ ਮੁਸਲਮਾਨਾਂ ਦੇ ਵਾਸਤੇ ਨਜ਼ਰੀਆ ਕੁਝ ਹੋਰ ਹੈਗਾ ਹੈ। ਇਸ ਕਰਕੇ ਇਹ ਸਾਰੇ ਕੁਝ ਕਾਰਨ ਮਿਲ ਕੇ ਜਿਹੜੇ ਸੀਗੇ ਉਹਨਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀਗਾ, ਜਿਹਦੇ ਨਾਲ ਕਿ ਸਿੱਖਾਂ ਨੂੰ ਜ਼ਲੀਲ ਕੀਤਾ ਜਾ ਸਕੇ, ਸਿੱਖਾਂ ਨੂੰ ਦੱਸਿਆ ਜਾ ਸਕੇ ਤੁਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹੋ। ਔਰ ਉਹਨਾਂ ਜਿਹੜਾ ਦਿਨ ਚੁਣਿਆ ਸੀਗਾ, ਉਹ ਚੁਣਿਆ ਸੀਗਾ ਜਿਸ ਦਿਨ ਦਰਬਾਰ ਸਾਹਿਬ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਗੁਰਪੁਰਬ ਮਨਾਉਣ ਲਈ ਵੱਧ ਤੋਂ ਵੱਧ ਸੰਗਤ ਹੋਏਗੀ ਤੇ ਇਹਦੇ ਨਾਲ ਆਰਮੀ ਨੂੰ
ਵੱਧ ਤੋਂ ਵੱਧ ਬੰਦੇ ਜਿਹੜੇ ਸੀਗੇ ਸੰਗਤ ਜਿਹੜੀ ਹੈ ਸਿੱਖ ਮਾਰਨ ਦਾ ਪੂਰਾ ਮੌਕਾ ਮਿਲੇਗਾ। ਸੋ ਇਹ ਜਿਹੜਾ ਦਿਨ ਦੀ ਚੋਣ ਕੀਤੀ ਗਈ ਹੈ ਸਿੱਖਾਂ ਦਾ ਜੈਨੋਸਾਈਡ ਕਰਨ ਲਈ, ਸਿੱਖਾਂ ਨੂੰ ਦਾ ਕਤਲੇਆਮ ਕਰਨ ਵਾਸਤੇ ਇਹ ਦਿਨ ਚੁਣਿਆ ਗਿਆ ਸੀਗਾ। ਪ੍ਰੋਫੈਸਰ ਸਾਹਿਬ, ਜਿਸ ਸਮੇਂ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਹੈ ਤਾਂ ਉਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੌਣ ਸਨ ਅਤੇ ਅਕਾਲ ਤਖਤ ਸਾਹਿਬ ਤੇ ਜਥੇਦਾਰ ਕੌਣ ਸਨ? ਦੇਖੋ, ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਚਰਨ ਸਿੰਘ ਟੌੜਾ ਸੀਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਸੀਗੇ ਤੇ ਸ਼੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ ਸੀਗੇ ਉਹ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਸੀਗੇ। ਇਹ ਜਿਹੜੇ ਸੀਗੇ ਤੇ ਜਿਸ ਵੇਲੇ ਦਰਬਾਰ ਸਾਹਿਬ ਤੇ ਹਮਲਾ 1 ਤਰੀਕ ਨੂੰ ਹੁੰਦਾ ਹੈ ਤੇ 2 ਤਰੀਕ ਨੂੰ ਇਹਨਾਂ ਦੀ ਮੀਟਿੰਗਾਂ ਹੁੰਦੀਆਂ ਨੇ ਤੇ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਵੱਲੋਂ ਤੇ ਸਾਹਿਬ ਸਿੰਘ ਵੱਲੋਂ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਜਾਂਦਾ ਹੈ। ਸੋ ਇਹ ਕੁੱਲ ਮਿਲਾ ਕਰਕੇ ਜਿਹੜਾ ਸੀਗਾ ਕਿ ਜਿਸ ਵੇਲੇ 6 ਤਰੀਕ ਨੂੰ ਇਹਨਾਂ ਦੀ ਗ੍ਰਿਫਤਾਰੀਆਂ ਵੀ ਹੋ ਜਾਂਦੀਆਂ ਨੇ, ਟੌੜਾ ਵੀ ਗ੍ਰਿਫਤਾਰ ਹੋ ਜਾਂਦਾ ਤੇ ਹੋਰ ਬਾਕੀ ਵੀ ਗ੍ਰਿਫਤਾਰ ਹੋ ਜਾਂਦੇ ਨੇ। ਤਾਂ ਤੁਸੀਂ ਕੀ ਮੰਨਦੇ ਹੋ ਜਿਹੜੀ ਤੁਸੀਂ ਆਖਿਆ ਪ੍ਰੈਸ ਨੋਟ, ਉਹ ਪ੍ਰੈਸ ਨੋਟ ਦੇ ਵਿੱਚ ਕੀ ਲਿਖਿਆ ਸੀ, ਕੋਈ ਐਸਾ ਪਤਾ ਤੁਹਾਨੂੰ? ਹਾਂ, ਉਸ ਪ੍ਰੈਸ ਨੋਟ ਜਿਹੜਾ 2 ਤਰੀਕ ਨੂੰ ਜਾਰੀ ਹੋਇਆ ਸੀਗਾ ਉਹ ਗਿਆਨੀ ਕਿਰਪਾਲ ਸਿੰਘ ਨੇ ਆਪਣੀ ਜਿਹੜੀ ਕਿਤਾਬ ਛਾਪੀ ਹੈ ਅੱਖੀ ਡਿੱਠਾ ਹਾਲ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀਗਾ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਨੋਟ ਛਾਪਿਆ ਜਿਹੜੀ ਕਿ ਕਿਤਾਬ ਗਿਆਨੀ ਕਿਰਪਾਲ ਸਿੰਘ ਨੇ ਲਿਖੀ ਹੈ। ਉਹਦੇ ਵਿੱਚ ਲਿਖਿਆ ਹੈ ਕਿ ਬਈ ਜਿਹੜੀ 1 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸਾਰੀ ਸਿੱਖ ਜਗਤ ਨੂੰ ਇਹ ਅਪੀਲ ਕਰਦੇ ਹਾਂ ਕਿ ਜੇ ਦਰਬਾਰ ਸਾਹਿਬ ਦੇ ਉੱਤੇ ਹਿੰਦੁਸਤਾਨ ਦੀ ਹਕੂਮਤ ਜਿਹੜੀ ਹੈ ਫੌਜ ਦੇ ਨਾਲ ਹਮਲਾ ਕਰਦੀ ਹੈ ਤਾਂ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਇਹ ਬੜੀ ਵੱਡੀ ਆਪਣੇ ਆਪ ਦੇ ਵਿੱਚ ਇਤਿਹਾਸਿਕ ਪ੍ਰੈਸ ਨੋਟ ਹੈ ਜਿਹਦੇ ਵਿੱਚ ਕਿ ਅਕਾਲ ਤਖਤ ਦਾ ਜਥੇਦਾਰ ਅਤੇ ਸਿੰਘ ਸਾਹਿਬ ਜਿਹੜੇ ਸੀਗੇ ਸਾਹਿਬ ਸਿੰਘ ਉਹਨਾਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਹ ਬਿਆਨ ਪ੍ਰੈਸ ਨੋਟ ਜਾਰੀ ਕੀਤਾ ਹੈ ਔਰ ਇਹ ਉਹਨਾਂ ਦੀ ਕਿਤਾਬ ਦੇ ਵਿੱਚ ਛਪਿਆ ਹੋਇਆ ਪ੍ਰੈਸ ਨੋਟ ਹੈ। ਪ੍ਰੋਫੈਸਰ, ਇੱਕ ਗੱਲ ਤੁਹਾਨੂੰ ਪੁੱਛਣਾ ਕਿ ਕਾਫੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਜਿੱਥੇ ਭਾਰਤ ਸਰਕਾਰ ਨੂੰ, ਕਾਂਗਰਸ ਨੂੰ ਇਸ ਵਿੱਚ ਕੋਸਿਆ ਜਾ ਰਿਹਾ, ਉੱਥੇ ਕੁਝ ਪੰਜਾਬ ਦੇ ਲੀਡਰਾਂ ਦਾ ਵੀ ਇਸ ਵਿੱਚ ਨਾਂ ਆਉਂਦਾ ਹੈ, ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇੱਦਾਂ ਹੈ ਕਿ ਇਹ 'ਚ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਇੰਦਰਾ ਸਰਕਾਰ ਸੈਂਟਰ ਵਿੱਚ ਸੀਗੀ। ਇੰਦਰਾ ਦੇ ਆਦੇਸ਼ ਦੇ ਨਾਲ, ਹੁਕਮ ਦੇ ਨਾਲ ਇਹ ਹਮਲਾ ਹੋਇਆ, ਫੌਜ ਨੇ ਜਿਹੜਾ ਹਮਲਾ ਕੀਤਾ ਸੀਗਾ। ਲੇਕਿਨ ਅਗਰ ਅਸੀਂ ਉਸ ਵੇਲੇ ਦੀ ਭਾਜਪਾ ਲੀਡਰਸ਼ਿਪ ਅਡਵਾਨੀ ਦੀ ਗੱਲ ਕਰੀਏ ਤਾਂ ਅਡਵਾਨੀ ਨੇ ਮਾਈ ਕੰਟਰੀ ਮਾਈ ਲਾਈਫ ਦੀ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਲਿਖੀ ਹੈ ਕਿ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਨ ਵਾਸਤੇ ਅਸੀਂ ਇੰਦਰਾ ਨੂੰ ਜ਼ੋਰ ਪਾਇਆ ਸੀਗਾ ਕਿ ਉੱਤੇ ਫੌਜੀ ਹਮਲਾ ਕੀਤਾ ਜਾਵੇ। ਰਿਕਮੈਂਡ ਕਰਨ ਵਾਲੇ ਇਹ ਨੇ। ਸੋ ਭਾਜਪਾ ਵੀ ਆਪਣੇ ਆਪ ਦੇ ਵਿੱਚ ਕਸੂਰਵਾਰ ਹੈ ਤੇ ਨਾਲ ਦੇ ਨਾਲ ਜਿਹੜੀ ਉਸ ਵੇਲੇ ਦੀ ਸਾਡੀ ਗੱਦਾਰ ਅਕਾਲੀ ਲੀਡਰਸ਼ਿਪ ਸੀਗੀ ਜਿਹੜੀ ਕਿ ਇਹ ਵੇਖ ਰਹੀ ਸੀਗੀ ਕਿ ਹੁਣ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਬਾਕੀ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਸਾਡੇ ਤੇ ਹੁਣ ਭਾਰੂ ਹੋ ਗਈਆਂ ਨੇ। ਉਹਨਾਂ ਨੇ ਸਰਕਾਰ ਦੇ ਨਾਲ ਗੁਪਤ ਮੀਟਿੰਗਾਂ ਕਰਕੇ ਇਸ ਫੌਜੀ ਹਮਲਾ ਸੀਗਾ, ਇਸ ਹਮਲੇ ਦੀ ਜਿਹੜੀ ਪਾਲਿਸੀ ਸੀਗੀ ਇਸ ਨੂੰ ਪ੍ਰੈਕਟੀਕਲ ਰੂਪ ਦੇਣ ਵਾਸਤੇ ਇਹਨਾਂ ਨੇ ਪੂਰੀ ਸਹਿਮਤੀ ਦਿੱਤੀ ਸੈਂਟਰ ਨੂੰ ਕਿ ਹਮਲਾ ਜਿਹੜਾ ਹੈ ਕੀਤਾ ਜਾਵੇ। ਕਿਹੜੇ ਅਕਾਲੀ ਲੀਡਰਾਂ ਦੀ ਗੱਲ ਕਰ ਰਹੇ ਤੁਸੀਂ? ਮੈਂ ਉਸ ਵੇਲੇ ਦੀ ਜਿਹੜੀ ਵੀ ਅਕਾਲੀ ਲੀਡਰਸ਼ਿਪ ਸੀਗੀ ਜਿਹਦੇ 'ਚ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪਿਛਾਂਹ ਸੁੱਟਣ ਵਾਸਤੇ ਉਸ ਵੇਲੇ ਲੌਂਗੋਵਾਲ ਦਾ ਵੀ ਹੱਥ ਸੀਗਾ, ਉਸ ਵੇਲੇ ਬਲਵੰਤ ਸਿੰਘ ਦਾ ਵੀ ਕਸੂਰਵਾਰ ਸੀਗਾ, ਉਸ ਵੇਲੇ ਬਾਦਲ ਵੀ ਕਸੂਰਵਾਰ ਸੀਗਾ। ਇਹ ਸਾਰੇ ਬੰਦੇ ਜਿਹੜੇ ਸੀ ਨਾ ਇਹੋ ਚਾਹੁੰਦੇ ਸੀਗੇ ਤੇ ਉਸ ਵੇਲੇ ਮੈਂ ਗੱਲ ਕਲੀਅਰ ਕਰਦੇ ਹਾਂ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਬਾਦਲ ਨੂੰ ਬਿਲਕੁਲ ਲਾਗੇ ਨਹੀਂ ਲੱਗਣ ਦਿੰਦੇ ਸੀਗੇ। ਬਾਦਲ ਇਹਨਾਂ ਦੇ ਪੈਰਾਂ ਤੇ ਆ ਕੇ ਬਹਿੰਦਾ ਸੀਗਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ। ਲੇਕਿਨ ਅੱਜ ਤੁਸੀਂ ਦੇਖ ਲਓ, ਅੱਜ ਦਮਦਮੀ ਟਕਸਾਲ ਦਾ ਮੁਖੀ ਕੀ ਕਰ ਰਿਹਾ, ਅੱਜ ਉਹ ਬਾਦਲਾਂ ਦੇ ਪੈਰਾਂ 'ਚ ਡਿੱਗਿਆ ਹੋਇਆ। ਸੋ ਕਿੰਨਾ ਪਰਿਵਰਤਨ ਆ ਗਿਆ, ਕਿੰਨਾ ਚੇਂਜ ਆ ਗਿਆ ਹੈ। ਬੜੀ ਹੈਰਾਨਗੀ ਦੀ ਗੱਲ ਹੈ। ਸਾਡੀਆਂ ਸੰਸਥਾਵਾਂ ਖਤਮ ਹੋ ਗਈਆਂ, ਸਾਡੀਆਂ ਸੰਸਥਾਵਾਂ ਤਹਿਸ-ਨਹਿਸ ਹੋ ਗਈਆਂ ਸਿਰਫ ਤੇ ਸਿਰਫ ਇਸ ਕਰਕੇ ਕਿ ਸਾਨੂੰ ਕੁਝ ਚੌਧਰਾਂ ਚਾਹੀਦੀਆਂ ਨੇ। ਅਸੀਂ ਚੌਧਰ ਦੇ ਭੁੱਖੇ ਹਾਂ, ਅਸੀਂ ਪੈਸਿਆਂ ਦੇ ਭੁੱਖੇ ਹਾਂ, ਅਸੀਂ ਸ਼ੋਹਰਤ ਦੇ ਭੁੱਖੇ ਹਾਂ। ਤਾਂ ਇਸ ਕਰਕੇ ਉਸ ਵੇਲੇ ਜਿਹੜਾ ਸੀਗਾ ਇਹ ਸਾਰਾ ਕੁਝ ਅਕਾਲੀ ਲੀਡਰਸ਼ਿਪ ਵੀ ਇਹਦੇ ਵਿੱਚ ਰਿਸਪੌਂਸੀਬਲ ਹੈ। ਪ੍ਰੋਫੈਸਰ ਸਾਹਿਬ, ਬਹੁਤ ਸਾਰੀਆਂ ਤਸਵੀਰਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਦੇਖੀਆਂ ਜਿਹਦੇ ਵਿੱਚ ਉਹਨਾਂ ਨੇ ਹਥਿਆਰ ਰੱਖੇ ਆ, ਜਿਹੜੇ ਉਹਨਾਂ ਦੇ ਨਾਲ ਬੋਡੀਗਾਰਡ ਸੀ ਉਹ ਵੀ ਹਥਿਆਰਾਂ ਦੇ ਨਾਲ ਲੈਸ ਨੇ। ਕੀ ਤੁਸੀਂ ਮੰਨਦੇ ਹੋ ਕਿ ਦਰਬਾਰ ਸਾਹਿਬ ਦੇ ਅੰਦਰ ਇੰਨੇ ਜ਼ਿਆਦਾ ਹਥਿਆਰ ਲੈ ਕੇ ਜਾਣਾ ਵਾਜਬ ਆ? ਅੱਜ ਕੱਲ੍ਹ ਕਿਸੇ ਨੇ ਮੱਥਾ ਟੇਕਣ ਜਾਣਾ ਹੋਏ ਤੇ 3600 ਦੀਆਂ ਤਲਾਸ਼ੀਆਂ ਲਈਆਂ ਜਾਂਦੀਆਂ। ਦੇਖੋ, ਮੈਂ ਇੱਥੇ ਨਾ ਤੁਹਾਡੇ ਨਾਲ ਸਿੱਖ ਸਿਧਾਂਤ ਦੀ ਗੱਲ ਕਰਾਂਗਾ ਜੀ।
ਸਰਕਾਰ ਕੀ ਕਹਿੰਦੀ ਹੈ, ਸ਼੍ਰੋਮਣੀ ਕਮੇਟੀ ਕੀ ਕਹਿੰਦੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਕਈ ਵਾਰ ਸਰਕਾਰ ਦੇ ਨਾਲ ਚੱਲਦੀ ਹੈ। ਮੈਂ ਸਿੱਖ ਸਿਧਾਂਤ ਦੀ ਗੱਲ ਕਰਾਂਗਾ, ਗੁਰਬਾਣੀ ਦੀ ਗੱਲ ਕਰਾਂਗਾ। ਗੁਰਬਾਣੀ ਦੇ ਵਿੱਚ ਦਸਮ ਪਾਤਸ਼ਾਹ ਨੇ ਇਹ ਚੀਜ਼ ਅੰਕਿਤ ਕੀਤੀ ਹੈ, ਅਸ ਕਿਰਪਾਨ ਖੰਡੋ ਖੜਕ ਤੁਬਕ ਤਬਰ ਅਰਤੀਰ ਸਹਿਬ ਸਰੋਹੀ ਸਹਿਤੀ ਯਹੀ ਹਮਾਰੇ ਪੀਰ। ਗੁਰੂ ਸਾਹਿਬ ਨੇ ਸਾਰੇ ਸ਼ਸਤਰਾਂ ਨੂੰ ਆਪਣਾ ਪੀਰ ਕਹਿ ਕੇ ਪੁਕਾਰਿਆ ਹੈ। ਤੇ ਸਾਡਾ ਜਨਮ ਵੀ ਖੰਡੇ 'ਚ ਹੋਇਆ ਹੈ। ਸਾਡਾ ਜਨਮ ਜਿਹੜਾ ਸ਼ਸਤਰ ਦੇ ਵਿੱਚ ਹੋਇਆ ਹੈ। ਸ਼ਸਤਰ ਤੇ ਸਿੱਖ ਇਹ ਦੋਨੋਂ ਚੀਜ਼ਾਂ ਨੂੰ ਤੁਸੀਂ ਅਲੱਗ-ਅਲੱਗ ਨਹੀਂ ਕਰ ਸਕਦੇ। ਤੋ ਸਿੱਖ ਦਾ ਸ਼ਸਤਰ ਪਾ ਕਰਕੇ ਆਪਣੇ ਗੁਰੂ ਦੇ ਸਨਮੁਖ ਜਾਣਾ ਜਿਹੜਾ ਹੈ, ਇਹ ਸਾਨੂੰ ਇਸ ਚੀਜ਼ ਦਾ ਹੁਕਮ ਹੈ, ਸੱਚੇ ਪਾਤਸ਼ਾਹ ਦਾ ਹੁਕਮ ਹੈ ਸਾਨੂੰ, ਤੇ ਅਸੀਂ ਆਪਣੇ ਗੁਰੂ ਕੋਲ ਸ਼ਸਤਰ ਲੈ ਕੇ ਜਾਈਏ। ਉਹਨਾਂ ਸ਼ਸਤਰਾਂ ਦੇ ਵਿੱਚ ਰਿਵਾਇਤੀ ਸ਼ਸਤਰ ਵੀ ਹੈਗੇ ਨੇ ਤੇ ਉਹਨਾਂ ਦੇ ਵਿੱਚ ਫਾਇਰ ਆਰਮਸ ਵੀ ਹੈਗੇ ਨੇ। ਲੇਕਿਨ ਐਟ ਦਾ ਸੇਮ ਟਾਈਮ ਜਿਹੜਾ ਹੈ ਕਿ ਸਰਕਾਰਾਂ ਨੂੰ ਇਹੋ ਜਿਹੀ ਗੱਲਾਂ ਪਸੰਦ ਨਹੀਂ ਹੁੰਦੀਆਂ। ਸੋ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਸ ਵੇਲੇ ਸਿਰਜਣਾ ਕੀਤੀ ਗਈ ਸੀਗੀ, ਮੈਂ ਸਾਂਝਾ ਕਰ ਲਈ ਗੱਲ, ਸ਼੍ਰੀ ਅਕਾਲ ਤਖਤ ਦੀ ਸਿਰਜਣਾ ਕੀਤੀ ਗਈ ਸੀਗੀ ਤੇ 6ਵੇਂ ਪਾਤਸ਼ਾਹ ਸਿੱਖ ਸੰਗਤਾਂ ਨੂੰ ਇਹ ਕਿਹਾ ਕਰਦੇ ਸੀਗੇ ਕਿ ਵਧੀਆ ਤੋਂ ਵਧੀਆ ਨਸਲ ਦੇ ਘੋੜੇ ਲੈ ਕੇ ਆਓ, ਵਧੀਆ ਤੋਂ ਵਧੀਆ ਕਿਸਮ ਦੇ ਤੁਸੀਂ ਸ਼ਸਤਰ ਲੈ ਕੇ ਆਓ। ਤਾਂ ਉੱਥੇ ਬੰਦੂਕਾਂ ਵੀ ਉਹਨਾਂ ਨੂੰ ਭੇਟ ਕੀਤੀਆਂ ਜਾਂਦੀਆਂ ਸੀਗੀਆਂ, ਵਧੀਆ ਤੋਂ ਵਧੀਆ ਹਥਿਆਰ ਭੇਟ ਕੀਤੇ ਜਾਂਦੇ ਸੀਗੇ, ਵਧੀਆ ਤੋਂ ਵਧੀਆ ਘੋੜੇ ਭੇਟ ਕੀਤੇ ਜਾਂਦੇ ਸੀਗੇ। ਸੋ ਸ਼੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਿਧਾਂਤ ਹੈ। ਉਸ ਮੀਰੀ ਪੀਰੀ ਦੇ ਸਿਧਾਂਤ ਦੇ ਵਿੱਚ ਸਾਡੇ ਸਾਰੇ ਕਿਸਮ ਦੇ ਸ਼ਸਤਰ ਜਿਹੜੇ ਨੇ ਉਹ ਸਾਡੇ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਰਹਿਰਾਸ ਸਾਹਿਬ ਦੇ ਪਾਠ ਦੇ ਬਾਅਦ ਉੱਥੇ ਸ਼ਸਤਰ ਵਿਖਾਏ ਜਾਂਦੇ ਨੇ। ਕਿਉਂ ਵਿਖਾਏ ਜਾਂਦੇ ਨੇ? ਇਸੇ ਕਰਕੇ ਵਿਖਾਏ ਜਾਂਦੇ ਨੇ ਕਿ ਗੁਰੂ ਘਰ ਤੋਂ ਸ਼ਸਤਰ ਬਾਹਰ ਨਹੀਂ ਜਾ ਸਕਦੇ। ਸਿੱਖ ਦੇ ਪਰਸਨੈਲਿਟੀ ਦਾ ਇੱਕ ਇੰਟੈਗਰਲ ਪਾਰਟ ਹੈ, ਅਨਖਿੜਵਾਂ ਅੰਗ ਹੈ ਸ਼ਸਤਰ ਜਿਹੜਾ ਹੈ। ਸੋ ਇਸ ਕਰਕੇ ਉੱਥੇ ਅਕਾਲ ਤਖਤ ਤੇ ਸ਼ਸਤਰ ਲੈ ਕੇ ਜਾਣਾ ਜਾਂ ਹਰਿਮੰਦਰ ਸਾਹਿਬ ਵੀ ਸ਼ਸਤਰ ਲੈ ਕੇ ਜਾਣਾ, ਇਹ ਤਾਂ ਹੁਣ ਸਾਡੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਹੈਗੀ ਹੈ ਜਾਂ ਅਕਾਲੀ ਦਲ ਬਾਦਲ ਹੈਗਾ ਹੈ, ਕਿਸੇ ਦੀ ਮੋਦੀ ਨਾਲ ਗੰਢ ਤੋਂ ਪੈ, ਕਿਸੇ ਨਾਲ ਗੰਢ ਤੋਂ ਪੈ ਗਈ ਹੈ, ਇਹ ਨਵੇਂ ਕਾਨੂੰਨ ਬਣਾ ਛੱਡਦੇ ਨੇ। ਸੋ ਸਿੱਖ ਦਾ ਸ਼ਸਤਰ ਲੈ ਕੇ ਗੁਰਦੁਆਰੇ ਜਾਣਾ ਜਿਹੜਾ ਹੈ ਇਹ ਗੁਰੂ ਦੇ ਹੁਕਮ ਦੇ ਅਨੁਸਾਰ ਹੈ। ਪ੍ਰੋਫੈਸਰ ਸਾਹਿਬ, ਲਾਸਟ ਸਵਾਲ ਕਰਾਂਗਾ। ਮੈਂ ਪਿਛਲੇ ਦਿਨੀ ਜਨਰਲ ਸਬੀਕ ਸਿੰਘ ਹੋਣਾ ਦੇ ਜੱਦੀ ਪਿੰਡ ਖਿਆਲਾ ਵਿਖੇ ਗਿਆ ਸੀਗਾ, ਤਾਂ ਮੈਂ ਗੱਲ ਕੀਤੀ ਉੱਥੋਂ ਦੇ ਲੋਕਾਂ ਦੇ ਨਾਲ। ਅੱਜ ਤੱਕ ਕਿਸੇ ਵੀ ਜਥੇਬੰਦੀ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਪਿੰਡ ਉਹਨਾਂ ਦੀ ਕਿਸੇ ਤਰ੍ਹਾਂ ਦੀ ਯਾਦਗਾਰ ਨਹੀਂ ਬਣਾਈ। ਕੌਮ ਦੇ ਬਹੁਤ ਵੱਡੇ ਸ਼ਹੀਦ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਦੇਸ਼ ਲਈ ਵੀ ਜੰਗਾਂ ਲੜੀਆਂ ਤਾਂ ਧਰਮ ਵਾਸਤੇ ਵੀ ਜੰਗ ਲੜ ਦਿੱਤੀ। ਦੇਖੋ, ਇਸ ਗੱਲ ਨੂੰ ਜਦ ਅਸੀਂ ਸੁਣਦੇ ਹਾਂ, ਵਿਚਾਰਦੇ ਹਾਂ ਨਾ, ਕਿ ਜਿਹੜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਮੈਂ ਇਹ ਵੀ ਕਹਿ ਦਿਆਂ ਕਿ ਕਰੋੜਾਂ ਅਰਬਾਂ ਰੁਪਇਆ ਸਾਂਭ ਕੇ ਰੱਖਿਆ ਕਾਰ ਸੇਵਾ ਵਾਲੇ ਬਾਬਿਆਂ ਨੇ। ਠੀਕ ਹੈ, ਸੋਨੇ ਦੇ ਵਧੀਆ ਕਲਸ਼ ਲਗਾਏ ਜਾਂਦੇ ਨੇ, ਲੇਕਿਨ ਸਾਡਾ ਜਿਹੜਾ ਵਿਰਸਾ ਹੈ, ਸਾਡਾ ਜਿਹੜਾ ਇਤਿਹਾਸ ਹੈ, ਸਾਡੇ ਜਿਹੜੇ ਸੂਰਬੀਰ ਨੇ, ਸਾਡੇ ਜਿਹੜੇ ਸ਼ਹੀਦ ਸਿੰਘ ਨੇ, ਉਹਨਾਂ ਦੀਆਂ ਯਾਦਾਂ ਬਣਾਉਣੀਆਂ ਜਿੱਥੋਂ ਕਿ ਆਉਣ ਵਾਲੀ ਜਨਰੇਸ਼ਨ ਨੂੰ ਪ੍ਰੇਰਣਾ ਮਿਲ ਸਕੇ। ਸ਼੍ਰੋਮਣੀ ਕਮੇਟੀ ਵੀ ਫੇਲ ਹੈ, ਦਿੱਲੀ ਕਮੇਟੀ ਵੀ ਫੇਲ ਹੈ, ਜਿੰਨੀਆਂ ਸਾਡੀਆਂ ਹੋਰ ਸੰਪਰਦਾਵਾਂ ਤੇ ਟਕਸਾਲਾਂ ਨੇ ਸਾਰੇ ਫੇਲ ਨੇ ਇਸ ਮਾਮਲੇ ਵਿੱਚ। ਇਹ ਬੜਾ ਦੁਖਦਾਈ ਹੈ ਕਿ ਜਨਰਲ ਸਬੇਕ ਸਿੰਘ ਅਤੇ ਹੋਰ ਬਾਕੀ ਦੇ ਸਿੰਘ ਜਿਹੜੇ ਕਿ 1984 ਦੇ ਵਿੱਚ ਸ਼ਹੀਦ ਹੋ ਗਏ ਸੀਗੇ, ਉਹਨਾਂ ਦੀ ਕੋਈ ਵੀ ਯਾਦਗਾਰ ਜਿਹੜੀ ਹੈ ਕਿਸੇ ਵੀ ਰੂਪ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਅੱਜ ਤੱਕ ਨਹੀਂ ਬਣਾਈ। ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਕੀ ਕਰ ਦਿੰਦੀ ਹੈ ਕਿ ਉਹ ਵੀ ਚੋਣਵੇਂ ਬੜੇ ਸਿਲੈਕਟਿਵਲੀ ਕਈਆਂ ਦੀ ਫੋਟੋਆਂ ਜਿਹੜੀਆਂ ਨੇ ਮਿਊਜ਼ੀਅਮ ਘਰ 'ਚ ਲਗਾ ਦਿੰਦੇ ਨੇ, ਦੈਟਸ ਆਲ। ਬਲਕਿ ਮੈਂ ਮਹਿਸੂਸ ਕਰਦਾ ਕਿ ਬਈ ਇਹਦੇ ਇਲਾਵਾ ਜਿਹੜਾ ਹੈ ਬਹੁਤ ਸਾਰੀਆਂ ਯਾਦਗਾਰਾਂ ਬਣਾਉਣ ਦੀ ਲੋੜ ਹੈਗੀ ਹੈ। ਸੋ ਇਹ ਸਰ ਪ੍ਰੋਫੈਸਰ ਬਲਜਿੰਦਰ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਜੂਨ 1984 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੇ ਵਿੱਚ ਭਾਵੇਂ ਸਰਕਾਰ ਉਹ ਕਾਂਗਰਸ ਦੀ ਹੋਵੇ, ਭਾਵੇਂ ਹੋਵੇ ਬੀਜੇਪੀ ਦੀ, ਭਾਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਸਿਆਸੀ ਲੀਡਰ ਹੋਣ ਜਿਨ੍ਹਾਂ ਦੇ ਵੱਲੋਂ ਹਮੇਸ਼ਾ ਹੀ ਸਿੱਖ ਕੌਮ ਨਾਲ ਵਿਤਕਰਾ ਕੀਤਾ ਗਿਆ ਹੈ। ਕੈਮਰਾਮੈਨ ਅਰਸ਼ਦੀਪ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਹਰਿਆਣਾ, ਹਿਮਾਚਲ, ਅੰਮ੍ਰਿਤਸਰ।